ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੜ੍ਹਦੀ ਕਲਾ ਟਾਈਮ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ, ਜਿਹਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਜੀ ਗੌਰੇ ਮਸਕੀਨ ਹੋਣਾ ਨਾਲ ਅਸੀਂ ਗੱਲ ਕਰਾਂਗੇ। ਸਾਡੇ ਮਹਿਮਾਨ ਸਾਡੇ ਨਾਲ ਜੁੜ ਚੁੱਕੇ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਸਵਾਗਤ ਹੈ ਜੀ ਆਪ ਜੀ ਦਾ ਪ੍ਰੋਗਰਾਮ ਦੇ ਵਿੱਚ। ਜੀ ਜਥੇਦਾਰ ਸਾਹਿਬ, ਆਪ ਜੀ ਨੂੰ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ, ਕਿਉਂਕਿ 1 ਸਾਲ ਜਿਹੜਾ ਪੂਰਾ ਹੋ ਗਿਆ ਆਪ ਜੀ ਨੇ ਜੋ ਤਖਤ ਸਾਹਿਬ ਤੇ ਜਥੇਦਾਰ ਸਾਹਿਬ ਦੀ ਜਿਹੜੀ ਸੇਵਾ ਨਿਭਾਉਣੀ ਸ਼ੁਰੂ ਕੀਤੀ ਸੀ। ਤੁਸੀਂ ਕਿਵੇਂ ਦੇਖਦੇ ਹੋ ਆਪਣੇ ਕਾਰਜਕਾਲ ਨੂੰ? ਸਭ ਤੋਂ ਪਹਿਲਾਂ ਸਾਰੇ ਗੁਰੂ ਖਾਲਸਾ ਪੰਥ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਾਰੇ ਗੁਰੂ ਪੰਥ ਦੀ ਅਸੀਸ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅਸੀਮ ਅਨੁਕੰਪਾ, ਸੱਚਖੰਡ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਬੋਰਡ ਦੇ ਮੁੱਖ ਸੇਵਾਦਾਰ ਤੇ ਸਾਰੇ ਬੋਰਡ ਦੇ ਮੈਂਬਰ ਸਾਹਿਬਾਨ ਦਾ ਬਹੁਤ ਸੁਚੱਜਾ ਸਹਿਯੋਗ ਔਰ ਗੁਰੂ ਖਾਲਸਾ ਪੰਥ ਦਾ ਪਿਆਰ ਸਤਿਕਾਰ, ਉਹ ਸਾਰੀਆਂ ਵੱਡੀਆਂ ਬਰਕਤਾਂ ਹਨ। ਵੱਡਾ ਅਨਮੋਲ ਕੌਮ ਦਾ ਪਰਉਪਕਾਰ ਹੈ ਤੇ ਪਤਾ ਵੀ ਨਹੀਂ ਚੱਲਿਆ ਕਦੋਂ ਸਾਲ ਮਹਾਰਾਜ ਜੀ ਨੇ ਪੂਰਾ ਕਰ ਦਿੱਤਾ। ਔਰ ਸਤਿਗੁਰੂ ਜੀ ਦੀ ਅਸੀਸ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਮੈਨੂੰ ਸੰਗਤਾਂ ਦਾ, ਪ੍ਰਬੰਧਕਾਂ ਦਾ ਔਰ ਤਖਤ ਸਾਹਿਬਾਨ ਦਾ, ਸ਼੍ਰੀਮਾਨ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸ਼੍ਰੀਮਾਨ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਜੀ ਜਥੇਦਾਰ ਸ੍ਰੀ ਨਾਂਦੇੜ ਹਜ਼ੂਰ ਸਾਹਿਬ ਜੀ, ਔਰ ਸਭ ਦਾ ਵੱਡਾ ਸਹਿਯੋਗ ਰਿਹਾ ਤੇ ਮੇਰੇ ਅਦਨੇਪਨ ਨੂੰ, ਮੇਰੇ ਨਿਮਾਣੇਪਨ ਨੂੰ ਇਹਨਾਂ ਨੇ ਨਿਵਾਜ਼ੀ ਰੱਖਿਆ। ਔਰ ਇਹ ਸਾਰਾ ਗੁਰੂ ਪੰਥ ਦੇ ਸਹਿਯੋਗ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅਗੰਮੀ ਕਲਾ ਕਰਕੇ ਹੀ ਹੈ। ਬਾਕੀ ਇਨਸਾਨ ਦੇ ਵੱਸ ਦੀ ਤਾਂ ਕੋਈ ਖੇਡ ਹੈ ਨਹੀਂ ਜੋ ਆਖੇ ਕਿ ਮੈਂ ਕੁਝ ਕੀਤਾ ਜਾਂ ਮੈਂ ਕੁਝ ਕਰ ਸਕਦਾ। ਇਹ ਆਪ ਸਾਰੇ ਗੁਰੂ ਪੰਥ ਦੀ ਅਸੀਸ ਸਦਕਾ 1 ਸਾਲ 1 ਦਿਨ ਵਿੱਚ ਇੱਕ ਦਿਨ ਵਾਂਗੂ ਲੰਘ ਗਿਆ ਤੇ ਤਖਤ ਪਟਨਾ ਸਾਹਿਬ ਜੀ ਦੇ ਸਾਰੀ ਸੰਗਤ ਨੇ, ਸੇਵਾਦਾਰਾਂ ਨੇ, ਪ੍ਰਬੰਧਕਾਂ ਨੇ ਮਿਲ ਕੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾ ਕੇ ਔਰ ਵੱਡੇ ਪੱਧਰ ਤੇ ਸਮਾਗਮ ਕੀਤਾ। ਸਾਰੇ ਜਥਿਆਂ ਨੇ, ਤਕਰੀਬਨ 8 ਰਾਗੀ ਜਥਿਆਂ ਦੁਆਰਾ ਕੀਰਤਨ ਕੀਤਾ ਗਿਆ, ਵਿਦਵਾਨ ਕਥਾਵਾਚਕਾਂ ਦੁਆਰਾ ਹਾਜ਼ਰੀਆਂ ਭਰੀਆਂ ਔਰ ਦਾਸ ਨੂੰ ਬਹੁਤ ਸਨਮਾਨ ਨਾਲ ਨਿਵਾਜਿਆ ਗਿਆ। ਇਹ ਸਨਮਾਨ ਇਸ ਤਰ੍ਹਾਂ ਦਾ ਸਭ ਕੁਝ ਕੋਲੋਂ ਦੇ ਕੇ ਤੇ ਆਪ ਹੀ ਵਡਿਆਈ ਦੇ ਕੇ ਜੀ, ਅਗਰ ਕੋਈ ਕਰ ਸਕਦਾ ਹੈ ਤੇ ਗੁਰੂ ਖਾਲਸਾ ਪੰਥ ਹੀ ਕਰ ਸਕਦਾ ਹੈ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਕਰ ਸਕਦੇ ਨੇ, ਹੋਰ ਕਿਸੇ ਦੇ ਵੱਸ ਦੀ ਗੱਲ ਨਹੀਂ। ਜੀ ਬਿਲਕੁਲ, ਤੁਹਾਡੀ ਗੱਲ ਸਹੀ ਹੈ। ਹੁੰਦਾ ਤਾਂ ਸਾਰਾ ਕੁਝ ਸੰਗਤ ਦਾ ਹੀ ਆ, ਪਰ ਫਿਰ ਵੀ ਜਿਹੜਾ ਇੱਕ ਪ੍ਰਬੰਧ ਚਲਾਉਣਾ, ਖਾਸ ਕਰਕੇ ਕਿਸੇ ਵੀ ਜਿਹੜਾ ਸਾਡੇ ਤਖਤ ਜਿੱਥੇ ਸੰਗਤਾਂ ਵੱਡੀ ਗਿਣਤੀ ਵਿੱਚ ਨਤਮਸਤਕ ਹੋਣ ਲਈ ਪਹੁੰਚਦੀਆਂ ਨੇ, ਲੋਕਾਂ ਦੀ ਆਸਥਾ ਬਣੀ ਹੁੰਦੀ ਹੈ। ਸੰਗਤਾਂ ਦੇ ਮਨਾਂ ਵਿੱਚ ਜਿਹੜੇ ਬੜੇ ਵੱਖ-ਵੱਖ ਭਾਵ ਹੁੰਦੇ ਨੇ, ਜਿਨ੍ਹਾਂ ਦੀ ਤਰਜਮਾਨੀ ਵੀ ਕਰਨੀ ਜ਼ਿੰਮੇਵਾਰੀ ਬਣਦੀ ਹੈ, ਪੰਥਕ ਮਸਲਿਆਂ ਨੂੰ ਵਿਚਾਰਨਾ ਵੀ ਜ਼ਿੰਮੇਵਾਰੀ ਬਣ ਜਾਂਦੀ ਹੈ। ਸਰਦਾਰ ਸੂਰਜ ਸਿੰਘ ਨਲਵਾ ਜੀ, ਜੇ ਤੁਹਾਨੂੰ ਮੈਂ ਪੁੱਛਾਂ ਕਿ ਤੁਸੀਂ ਜਥੇਦਾਰ ਸਾਹਿਬ ਦੇ ਕਾਰਜਕਾਲ ਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜੀ? ਸਭ ਤੋਂ ਪਹਿਲਾਂ ਚੜ੍ਹਦੀ ਕਲਾ ਦੀ ਪੂਰੀ ਟੀਮ ਨੂੰ ਧੰਨਵਾਦ ਤੇ ਜੁੜੀ ਹੈ ਸਾਰੀ ਸਾਧ ਸੰਗਤ ਨੂੰ ਹੱਥ ਜੋੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। 2019 ਨੂੰ ਉਹਨਾਂ ਨੇ ਇੱਥੇ ਜਥੇਦਾਰ ਦੀ ਭੂਮਿਕਾ ਨਿਭਾਈ ਸੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ। ਕੱਲ ਉਹਨਾਂ ਨੂੰ ਸਾਲ ਪੂਰਾ ਹੋ ਗਿਆ। ਇਹਨਾਂ ਦੇ ਸਾਲ ਦੇ ਦੌਰਾਨ ਪੂਰੀ ਦੁਨੀਆ ਨੇ ਇੱਕ ਬਹੁਤ ਵੱਡੀ ਮਹਾਮਾਰੀ ਦੀ ਚਿੰਤਾ ਕੀਤੀ, ਜਿਹਨੂੰ ਅਸੀਂ COVID-19 ਕਰੋਨਾ ਦੇ ਨਾਲ ਜਾਣਦੇ ਜੀ। 7 ਮਹੀਨੇ ਲਗਾਤਾਰ ਸਿੰਘ ਸਾਹਿਬ ਨੇ ਆਪਣੀ ਇੱਕ ਗੰਭੀਰ ਭੂਮਿਕਾ ਨਿਭਾਈ ਔਰ ਪ੍ਰਬੰਧਕ ਕਮੇਟੀ ਬੋਰਡ ਦੀ ਵੀ ਭੂਮਿਕਾ ਵਿੱਚ ਸਿੰਘ ਸਾਹਿਬ ਰਹੇ ਔਰ ਲਗਾਤਾਰ ਹਿੰਦੁਸਤਾਨ ਦੇ ਕਈ ਇਲਾਕਿਆਂ ਦੇ ਦੌਰੇ, ਬਿਹਾਰ ਦੇ, यूपी ਦੇ, ਪੰਜਾਬ ਦੇ ਦੌਰੇ ਕਰਕੇ, ਬਾਈ ਰੋਡ ਕਰਕੇ ਲਗਭਗ ਉਹਨਾਂ ਨੇ ਇਸ 1 ਸਾਲ ਦੇ ਦੌਰਾਨ 5 ਕਰੋੜ ਰੁਪਏ ਲਗਭਗ ऑनलाइन ट्रांजेक्शन के राही
ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਵਿੱਚ ਜਿਹੜੇ ਕੋਵਿਡ ਦੇ ਪਰੇਸ਼ਾਨੀ ਦੇ ਕਰਕੇ ਜਿਹੜੇ ਅਕਾਊਂਟਸ ਦੇ ਵਿੱਚ ਸਾਨੂੰ ਬਹੁਤ ਲੋੜ ਸੀ, ਉਸ ਦੇ 5 ਕਰੋੜ ਦਾ ਲਗਭਗ ਉਹਨਾਂ ਨੇ ਰਾਸ਼ੀ ਇਕੱਠੀ ਕੀਤੀ। ਲਗਭਗ 4,500 ਕੁਇੰਟਲ ਰਾਸ਼ਨ, ਲਗਭਗ 80 ਲੱਖ ਰੁਪਏ ਦਾ ਰਾਸ਼ਨ ਵੀ ਉਹਨਾਂ ਨੇ ਇਕੱਠਾ ਕੀਤਾ ਤੇ 25 ਲੱਖ ਰੁਪਏ ਦੇ 골ਡ ਦਾ ਵੀ ਉਹਨਾਂ ਕੋਲ ਰਾਸ਼ੀ ਹੈ। ਉਹਦੇ ਕਰਕੇ ਮੈਨੂੰ ਲੱਗਦਾ ਹੈ ਕਿ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਔਰ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਿਹਾਰ ਵੱਲੋਂ ਹੱਥ ਜੋੜ ਕੇ ਸਿਰ ਝੁਕਾ ਕੇ ਮਾਨਯੋਗ ਜਥੇਦਾਰ ਸਿੰਘ ਸਾਹਿਬ ਜੀ ਦਾ ਲੱਖ ਲੱਖ ਧੰਨਵਾਦ ਹੈ ਤੇ ਉਹਨਾਂ ਨੂੰ ਕਰੋੜਾਂ ਕਰੋੜ ਧੰਨਵਾਦ ਵੀ ਹੈ, ਵਧਾਈਆਂ ਵੀ ਹੈ ਕਿ ਉਹਨਾਂ ਨੇ ਆਪਣੇ ਅਹੁਦੇ ਨੂੰ 1 ਸਾਲ ਪੂਰਾ ਕੀਤਾ ਔਰ ਉਸ ਤਕਲੀਫ ਦੀ ਘੜੀ ਨੂੰ ਉਹਨਾਂ ਨੇ ਉੱਥੇ ਦੇ ਸੇਵਾਦਾਰਾਂ ਨੂੰ, ਗ੍ਰੰਥੀ ਸਿੰਘਾਂ ਨੂੰ ਤੇ ਰਾਗੀ ਸਿੰਘਾਂ ਨੂੰ ਜਿਹੜੀ ਆਰਥਿਕ ਸਹਾਇਤਾ ਅਕਾਊਂਟਸ ਦੇ ਜ਼ਰੀਏ ਮਿਲੀ ਹੈ, ਉਹਦੇ ਕਰਕੇ ਵੀ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ। ਤੁਹਾਡੀ ਗੱਲ ਬਿਲਕੁਲ ਸਹੀ ਹੈ। ਖਾਸ ਕਰਕੇ ਜਿਹੜੀ ਹੈ ਕਰੋਨਾ ਦੇ ਦਿਨਾਂ ਦੇ ਵਿੱਚ ਜਦੋਂ ਕਿ ਸਰਕਾਰ ਨੇ ਆਪਣੇ ਹੱਥ ਖੜੇ ਕਰ ਦਿੱਤੇ ਸੀ ਮਜ਼ਦੂਰਾਂ ਨੂੰ, ਜਿਹੜਾ ਕਿਸ ਤਰ੍ਹਾਂ ਸੜਕਾਂ ਤੇ ਰੁਲਣਾ ਪਿਆ ਸੀ, ਤਾਂ ਉਸ ਵੇਲੇ ਖਾਲਸੇ ਨੇ ਵੱਖ-ਵੱਖ ਰੂਪਾਂ ਦੇ ਵਿੱਚ ਜਿਹੜਾ ਹੈ ਇਹਨਾਂ ਗਰੀਬਾਂ ਮਜਲੂਮਾਂ ਦੀ ਬਾਂਹ ਫੜੀ ਅਤੇ ਇਹਨਾਂ ਦੇ ਖਾਣ ਦੇ ਪ੍ਰਬੰਧ ਕਰਨ ਦੇ ਨਾਲ ਨਾਲ ਕਈ ਜਗ੍ਹਾ ਤੇ ਰਹਿਣ ਦੇ ਪ੍ਰਬੰਧ ਵੀ ਕੀਤੇ ਗਏ। ਜਿਵੇਂ ਤੁਸੀਂ ਤਖਤ ਸਾਹਿਬ ਦੀ ਗੱਲ ਕੀਤੀ ਹੈ, ਇੱਥੇ ਵੀ ਜਿਹੜਾ ਹੈ ਬਹੁਤ ਸਾਰੇ ਕੋਵਿਡ ਦੇ ਰਾਹਤ ਕਾਰਜ ਜਿਹੜੇ ਨੇ, ਰਾਹਤ ਕਾਰਜ ਜੋ ਚੱਲੇ। ਸਰਦਾਰ ਜਗਜੋਤ ਸਿੰਘ ਜੀ, ਜੋ ਤੁਹਾਡੇ ਵੱਲ ਅਸੀਂ ਹੁਣ ਆਈਏ, ਤੁਸੀਂ ਕਿਵੇਂ ਦੇਖਦੇ ਹੋ ਜੀ, ਜੋ ਵੀ ਕਿਸੇ ਤਖਤ ਤੇ ਜਦੋਂ ਕਿਸੇ ਜਥੇਦਾਰ ਦੀ ਜ਼ਿੰਮੇਵਾਰੀ ਲੱਗਦੀ ਹੈ, ਡਿਊਟੀ ਲੱਗਦੀ ਹੈ, ਤਾਂ ਸੱਚਮੁੱਚ ਉਹਦਾ ਇਹ ਫਰਜ਼ ਬਣ ਜਾਂਦਾ ਹੈ ਕਿ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਨਾਲ ਕਿਸ ਤਰ੍ਹਾਂ ਲੋੜਵੰਦਾਂ ਦੀ ਬਾਂਹ ਫੜਨੀ ਹੈ, ਉਹ ਵੀ ਉਹ ਚੰਗੀ ਤਰ੍ਹਾਂ ਜਾਣਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 1 ਸਾਲ ਹੋ ਗਿਆ ਜਥੇਦਾਰ ਸਾਹਿਬ ਜੀ ਦੀ ਤਾਜਪੋਸ਼ੀ ਦਾ, ਤੇ ਮੈਂ 1 ਸਾਲ ਤੋਂ ਬਹੁਤ ਹੀ ਇਹਨਾਂ ਦੇ ਕਰੀਬ, ਮੈਂ ਜੋ ਇਹਨਾਂ ਦੇ ਕੰਮ ਇਹਨਾਂ ਨੇ ਕੀਤੇ, ਤੇ ਮੈਂ ਇੰਨੀ ਮਤਲਬ ਮੈਨੂੰ ਇਹਨਾਂ ਤੇ ਇੱਕ ਐਪਰੀਸੀਏਸ਼ਨ ਮੈਂ ਹਰ ਜਗ੍ਹਾ ਕਰ ਰਿਹਾ ਹਾਂ। ਖਾਸ ਕਰਕੇ ਜਿਸ ਤਰ੍ਹਾਂ ਸੂਰਜ ਸਿੰਘ ਜੀ ਨੇ ਕਿਹਾ ਕਿ ਇਹ ਜਿਹੜਾ COVID-19 ਦਾ ਇੱਕ ਸਮੇਂ ਸੀਗਾ, ਉਸ ਵਿੱਚ ਤਾਂ ਜੋ ਜਥੇਦਾਰ ਸਾਹਿਬ ਜੀ ਦੀ ਭੂਮਿਕਾ ਰਹੀ, ਜੋ ਇਹਨਾਂ ਨੇ ਕੰਮ ਕੀਤੇ, ਮਤਲਬ ਉਹ ਸ਼ਬਦਾਂ 'ਚ ਮੈਂ ਬਿਆਨ ਨਹੀਂ ਕਰ ਸਕਦਾ। ਜਦ ਕੋਈ ਲੋਕਡਾਊਨ ਦੇ ਵਿੱਚ ਘਰੋਂ ਕੋਈ ਨਿਕਲਣ ਨੂੰ ਤਿਆਰ ਨਹੀਂ ਸੀਗਾ, ਤੇ ਸਿੰਘ ਸਾਹਿਬ ਉਸ ਦੌਰਾਨ ਬਾਹਰ ਨਿਕਲੇ। ਔਰ ਮੈਨੂੰ ਯਾਦ ਹੈ ਕਿ ਉਸ ਦੌਰਾਨ ਮੈਨੂੰ ਇੰਨੇ ਟੈਲੀਫੋਨ ਪੰਜਾਬ ਤੋਂ ਤੇ ਵਿਦੇਸ਼ਾਂ ਚੋਂ ਆਉਂਦੇ ਸੀਗੇ ਕਿ ਲੋਕੀ ਬਹੁਤ ਜ਼ਿਆਦਾ ਡਿਪਰੈਸ਼ਨ 'ਚ ਸੀਗੇ, ਤੇ ਇਹਨਾਂ ਨੇ ਆਪਣੀ ਬਾਣੀ ਰਾਹੀਂ, ਕਥਾ ਰਾਹੀਂ, ਉਹ ਕਾਫੀ ਲੋਕਾਂ ਦਾ ਮਤਲਬ ਬਾਣੀ ਰਾਹੀਂ ਉਹਨਾਂ ਨੂੰ ਵਿਚਾਰ ਠੀਕ ਕੀਤੇ, ਉਹਨਾਂ ਨੂੰ ਡਿਪਰੈਸ਼ਨ ਤੋਂ ਬਾਹਰ ਕੱਢਿਆ। ਇਹ ਮੈਨੂੰ ਟੈਲੀਫੋਨ ਲੋਕਾਂ ਦੇ ਆਏ ਨੇ, ਤੇ ਮੈਂ ਜਿਸ ਤਰ੍ਹਾਂ ਸੂਰਜ ਸਿੰਘ ਜੀ ਨੇ ਕਿਹਾ ਵੀ ਪ੍ਰਬੰਧਕ ਕਮੇਟੀ ਦੇ ਬਹੁਤ ਸਾਰੇ ਮੈਂਬਰ, ਬਹੁਤ ਸਾਰੇ ਅਹੁਦੇਦਾਰ ਪਟਨਾ ਸਾਹਿਬ COVID-19 ਦੇ ਦੌਰਾਨ ਆ ਨਹੀਂ ਸਕੇ, ਜਿਸ ਤਰ੍ਹਾਂ ਲਾਕਡਾਊਨ ਸੀਗਾ। ਪਰ ਮੈਂ ਕਹਿੰਦਾ ਕਿ ਪ੍ਰਬੰਧਕ ਕਮੇਟੀ ਦੇ ਵੀ ਸਾਰੇ ਜਿਹੜੇ ਐਡਮਿਨਿਸਟ੍ਰੇਸ਼ਨ ਦੇ ਕੰਮ ਸੀਗੇ, ਉਹ ਸਿੰਘ ਸਾਹਿਬ ਜੀ ਨੇ ਕੀਤੇ। ਚਾਹੇ ਉਹ ਆਨਲਾਈਨ ਸਾਨੂੰ ਡੋਨੇਸ਼ਨ ਦੀ, ਸਾਨੂੰ ਪੈਸਿਆਂ ਦੀ ਸਖਤ ਲੋੜ ਸੀਗੀ। ਸਾਡੇ ਜਿੰਨੇ ਵੀ ਗ੍ਰੰਥੀ, ਸਾਡੇ ਸੇਵਾਦਾਰ, ਜਿੰਨੇ ਵੀ ਹੋਰ ਸਟਾਫ ਸੀਗੇ, ਸਾਰਿਆਂ ਨੂੰ, ਲੋੜਵੰਦ ਸਟਾਫ ਨੂੰ ਇਹਨਾਂ ਨੇ ਮਦਦ ਕੀਤੀ। ਸਭ ਜਗ੍ਹਾ ਕਰਨਾ ਕਿ ਗੁਰੂ ਮਹਾਰਾਜ ਇਸੇ ਤਰ੍ਹਾਂ ਇਹਨਾਂ ਦੇ ਮਿਹਰ ਭਰੇ ਹੱਥ ਰੱਖਣ, ਆਸ਼ੀਰਵਾਦ ਦੇਣ, ਤੇ ਇਸੇ ਤਰ੍ਹਾਂ ਕਿ ਪਟਨਾ ਸਾਹਿਬ ਦੇ ਸਿੱਖ ਪੰਥ ਦੀ ਸੇਵਾ ਇਸ ਤਰ੍ਹਾਂ ਕਰਦੇ ਰਹਿਣ। ਕਿ ਮੈਂ ਸਿੰਘ ਸਾਹਿਬ ਨੂੰ ਮੇਰੇ ਕੋਲੋਂ ਲੱਖ ਲੱਖ ਵਧਾਈਆਂ। ਬਿਲਕੁਲ ਜੀ ਸਰਦਾਰ ਸੋਹੀ ਸਾਹਿਬ, ਤੁਸੀਂ ਬਿਲਕੁਲ ਸਹੀ ਕਿਹਾ। ਜਦੋਂ ਵੀ ਕੋਈ ਜਿਹੜਾ ਇਨਸਾਨ ਹੈ ਉਹ ਚੰਗਾ ਕਾਰਜ ਕਰਦਾ, ਉਹਦੀ ਪ੍ਰਸ਼ੰਸਾ ਬਣਦੀ ਹੈ। ਤੇ ਜੇ ਸਾਡੇ ਜਿਹੜੇ ਜਥੇਦਾਰ ਸਾਹਿਬਾਨ ਜਿਹੜੇ ਇਸੇ ਤਰ੍ਹਾਂ ਜਿਹੜੇ ਲੋਕ ਭਲਾਈ ਦੇ ਕੰਮ ਆਪਣੇ ਜਾਰੀ ਰੱਖਣ, ਤਾਂ ਸੱਚਮੁੱਚ ਹੀ ਜਿਹੜਾ ਹੈ ਉਹਨਾਂ ਦੀ ਪ੍ਰਸ਼ੰਸਾ ਵੀ ਪੰਥ ਨੂੰ ਕਰਨੀ ਚਾਹੀਦੀ ਹੈ। ਭਾਈ ਇੰਦਰਜੀਤ ਸਿੰਘ ਜੀ, ਜੇ ਤੁਹਾਡੇ ਵੱਲ ਹੁਣ ਅਸੀਂ ਆਈਏ, ਤਾਂ ਤੁਸੀਂ ਕਿਵੇਂ ਜਥੇਦਾਰ ਸਾਹਿਬ ਦੇ ਕਾਰਜਕਾਲ ਨੂੰ ਦੇਖੋਗੇ? ਸਭ ਤੋਂ ਪਹਿਲਾਂ ਮੈਂ ਟਾਈਮ ਟੀਵੀ ਦੇ ਸਾਰੇ ਦੇ ਦਰਸ਼ਕਾਂ ਦਾ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਖੁਸ਼ੀ ਦੀ ਗੱਲ ਹੈ, ਅਕਾਲ ਪੁਰਖ ਦੀ ਅਪਾਰ ਕਿਰਪਾ ਨਾਲ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਤਿਕਾਰਯੋਗ ਮਾਨਯੋਗ ਸਿੰਘ ਸਾਹਿਬ ਜੀ, ਗਿਆਨੀ ਰਣਜੀਤ ਸਿੰਘ ਜੀ ਗੌਰੇ ਮਸਕੀਨ, ਜਿਨ੍ਹਾਂ ਨੂੰ 9 ਸਤੰਬਰ ਨੂੰ 1 ਸਾਲ ਪਹਿਲਾਂ ਇਹ ਤਖਤ ਸਾਹਿਬ 'ਚ ਸੇਵਾ ਮਿਲੀ ਹੈ, ਉਹਨਾਂ ਦੀ ਸੇਵਾ ਨੂੰ 1 ਸਾਲ ਪੂਰਾ ਹੋ ਗਿਆ ਹੈ। ਇਸ ਖੁਸ਼ੀ ਦੇ ਮੌਕੇ ਤੇ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਸਤਿਗੁਰ ਕਿਰਪਾ ਕਰਨ, ਇਹਨਾਂ ਨੂੰ ਤੰਦਰੁਸਤੀ ਦੀ ਬਖਸ਼ਿਸ਼ ਕਰਨ ਅਤੇ ਇਸੇ ਤਰ੍ਹਾਂ ਇਹ ਕੌਮ ਦੀ, ਗੁਰੂ ਘਰ ਦੀ ਸੇਵਾ ਕਰਦੇ ਰਹਿਣ। ਜਿਵੇਂ ਕਿ ਸਾਡੇ ਮੈਂਬਰਾਂ ਨੇ ਪਹਿਲਾਂ ਵੀ ਦੱਸਿਆ ਹੈ ਕਿ ਭਾਈ ਰਣਜੀਤ ਸਿੰਘ ਜੀ ਹੋਣਾ ਨੇ, ਜਿਨ੍ਹਾਂ ਨੇ ਆਪਣੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਨਾਲ ਜੋ ਪ੍ਰਬੰਧਕਾਂ ਦੀਆਂ ਜ਼ਿੰਮੇਵਾਰੀਆਂ ਸਨ, ਉਹ ਵੀ ਇਹਨਾਂ ਨੇ ਨਿਭਾਈਆਂ। ਲਾਕਡਾਊਨ ਦੇ ਦੌਰਾਨ ਜਿਸ ਵੇਲੇ ਕਿ ਬਹੁਤ ਹੀ ਲੋੜ ਸੀ, ਉਸ ਵੇਲੇ ਮਾਇਆ ਦੀ ਲੰਗਰਾਂ ਵਾਸਤੇ, ਸਾਲ ਭਰ ਵਾਸਤੇ ਜੋ ਕਣਕ ਦੇ
ਪੰਜਾਬ ਤੋਂ ਯੂਪੀ ਤੋਂ ਆਉਂਦੀ ਹੈ, ਉਹ ਵੀ ਇਹਨਾਂ ਨੇ ਲਾਕਡਾਊਨ ਦੇ ਟਾਈਮ ਤੇ ਜਾ ਕੇ ਸੰਗਤਾਂ ਨੂੰ ਪ੍ਰੇਰਿਤ ਕਰਕੇ ਲੰਗਰਾਂ ਵਾਸਤੇ ਵੱਡੇ ਪੱਧਰ ਤੇ ਇਹਨਾਂ ਨੇ, ਜਿੱਥੇ ਕਿ ਲੰਗਰਾਂ ਵਾਸਤੇ ਕਣਕ ਮੰਗਾਈ, ਅਤੇ ਉਸ ਦੇ ਨਾਲ ਨਾਲ ਬਾਹਰਲੇ ਮੁਲਕਾਂ ਤੋਂ, ਦੇਸ਼ਾਂ ਤੋਂ, ਵਿਦੇਸ਼ਾਂ ਤੋਂ, ਜਿੱਥੇ ਇਹਨਾਂ ਦੇ ਚੰਗੇ ਆਪਣੇ ਰਸੂਖ ਬਣਿਆ ਹੋਇਆ ਹੈ, ਫੋਨ ਰਾਹੀਂ, ਜਦਕਿ ਇੰਡੀਆ ਵਿੱਚ ਉਸ ਵੇਲੇ ਰਾਤ ਹੋ ਰਹੀ ਹੁੰਦੀ ਸੀ, ਵਿਦੇਸ਼ਾਂ ਵਿੱਚ ਦਿਨ ਦਾ ਟਾਈਮ ਸੀ, ਇਹ ਦੱਸਦੇ ਸਨ ਕਿ ਅੱਧੀ ਅੱਧੀ ਰਾਤ ਨੂੰ ਮੈਂ ਫੋਨ ਕਰਦਾ ਰਹਿੰਦਾ, ਸਾਡੇ ਨਾਲ ਗੱਲਬਾਤ ਕਰਕੇ ਬਾਹਰਲੇ ਮੁਲਕਾਂ ਤੋਂ ਆਨਲਾਈਨ ਜਿਹੜੀ ਮਾਇਆ ਹੈ ਤਖਤ ਸਾਹਿਬ ਵਾਸਤੇ ਇਹਨਾਂ ਨੇ ਮੰਗਾਈ, ਅਤੇ ਉਹ ਮਾਇਆ ਰਾਹੀਂ ਜਿਹੜੇ ਕਿ ਲਾਕਡਾਊਨ ਦੇ ਦੌਰਾਨ ਲੰਗਰਾਂ ਦੀ ਸੇਵਾ ਵਿੱਚ ਜੋ ਲੋੜਵੰਦਾਂ ਵਾਸਤੇ ਸਹਾਇਤਾ ਕਮੇਟੀ ਵੱਲੋਂ ਕੀਤੀ ਗਈ, ਮਾਇਆ ਰਾਹੀਂ ਸਹਾਇਤਾ ਕੀਤੀ ਗਈ, ਉਹਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਇਹ ਲਾਕਡਾਊਨ ਦੇ ਟਾਈਮ ਤੇ, ਜਿਵੇਂ ਕਿ ਭਾਈ ਜਗਜੋਤ ਸਿੰਘ ਜੀ ਦੱਸ ਰਹੇ ਸਨ, ਕਿ ਉਸ ਵੇਲੇ ਪਾਬੰਦੀ ਸੀ, ਕਿਸੇ ਨੇ ਬਾਹਰ ਨਹੀਂ ਨਿਕਲਣਾ, ਪਰ ਇਹਨਾਂ ਨੇ ਸਰਕਾਰ ਪਾਸੋਂ, ਬਿਹਾਰ ਸਰਕਾਰ ਤੋਂ ਪਰਮਿਸ਼ਨ ਬਣਵਾ ਕੇ, ਪੰਜਾਬ ਸਰਕਾਰ ਤੋਂ ਪਰਮਿਸ਼ਨ ਲੈ ਕੇ, ਇਹ ਆਪ ਗੱਡੀ ਲੈ ਕੇ ਜਾ ਕੇ ਯੂਪੀ, ਪੰਜਾਬ ਦੇ ਵਿੱਚ ਦੌਰਾ ਕਰਕੇ ਇਹਨਾਂ ਨੇ ਲੰਗਰਾਂ ਵਾਸਤੇ ਰਾਸ਼ਨ ਮੰਗਾਇਆ, ਅਤੇ ਇਸ ਤਰ੍ਹਾਂ ਇਹ ਬੜੀ ਪਿਆਰ ਨਾਲ ਆਪਣੀ ਇਹ ਸੇਵਾ ਨਿਭਾ ਰਹੇ ਹਨ। ਬਿਲਕੁਲ ਜੀ, ਸੰਗਤਾਂ ਦੇ ਪੈਸੇ ਨੂੰ ਲੋੜਵੰਦਾਂ ਲਈ ਵਰਤਣਾ ਇਹ ਵੀ ਬੜੀ ਵੱਡੀ ਗੱਲ ਹੁੰਦੀ ਹੈ। ਤੇ ਜਦੋਂ ਸੰਗਤਾਂ ਨੂੰ ਅਸੀਂ ਪ੍ਰੇਰਨਾ ਕਰਦੇ ਹਾਂ ਵੀ ਜਿਹੜਾ ਗਰੀਬ ਦਾ ਮੂੰਹ ਆ ਉਹ ਅਸਲ ਵਿੱਚ ਗੁਰੂ ਦੀ ਗੋਲਕ ਆ, ਤੇ ਸੰਗਤਾਂ ਜਿਹੜੀਆਂ ਵੱਧ ਚੜ੍ਹ ਕੇ, ਜਿਵੇਂ ਕਰੋਨਾ ਪੈਂਡੈਮਿਕ ਦੇ ਵਿੱਚ ਜਿਹੜਾ ਸਿੱਖ ਸੰਗਤਾਂ ਨੇ ਵੱਧ ਤੋਂ ਵੱਧ ਆਪਣਾ ਸਹਿਯੋਗ ਦੇ ਕੇ ਗਰੀਬਾਂ ਲੋੜਵੰਦਾਂ ਤੱਕ ਮਦਦ ਪਹੁੰਚਾਈ ਹੈ ਕਿਸੇ ਨਾ ਕਿਸੇ ਰੂਪ ਵਿੱਚ, ਤਾਂ ਉਹਨਾਂ ਨੂੰ ਪ੍ਰੇਰਨਾ ਜਿਹੜੀ ਕਰਨੀ ਹੈ ਉਹ ਵੀ ਵੱਡੀ ਗੱਲ ਹੁੰਦੀ ਹੈ। ਭਾਈ ਲਖਵਿੰਦਰ ਸਿੰਘ ਜੀ, ਤੁਸੀਂ ਸੰਖੇਪ ਸ਼ਬਦਾਂ ਵਿੱਚ ਕਿਵੇਂ ਕਹੋਗੇ ਜੀ, ਕਿਉਂਕਿ ਫਿਰ ਅਸੀਂ ਅਗਲੇ ਸਵਾਲ ਵੱਲ ਵਧਣਾ ਹੈ। ਸਭ ਤੋਂ ਪਹਿਲਾਂ ਤੇ ਟਾਈਮ ਟੀਵੀ ਚੜ੍ਹਦੀ ਕਲਾ ਦੇ ਸਾਰੇ ਦਰਸ਼ਕਾਂ ਨੂੰ ਤੇ ਦੇਸ਼ ਵਿਦੇਸ਼ ਦੇ ਸਾਰੀ ਸਿੱਖ ਸੰਗਤਾਂ ਨੂੰ ਦਾਸ ਦੇ ਤਰਫੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਗੌਰੇ ਮਸ਼ਕੀਨ ਜੀ, ਜਿਨ੍ਹਾਂ ਨੂੰ 9 ਸਤੰਬਰ 2019 ਦੇ ਵਿੱਚ ਪਟਨਾ ਸਾਹਿਬ ਦੀ ਸਮੁੱਚੀ ਕਮੇਟੀ, SGPC, ਚੀਫ ਖਾਲਸਾ ਦੀਵਾਨ, ਹੋਰ ਕਈ ਧਾਰਮਿਕ ਜਥੇਬੰਦੀਆਂ ਸਾਰੇ ਪਟਨਾ ਸਾਹਿਬ ਪਹੁੰਚੇ। ਹੋਰ ਦੇਸ਼ ਵਿਦੇਸ਼ ਤੋਂ ਸੰਗਤ ਇੱਥੇ ਪਹੁੰਚੀ, ਜਿਨ੍ਹਾਂ ਨੇ ਪਹੁੰਚ ਕੇ ਜਥੇਦਾਰ ਸਾਹਿਬ, ਜਿਨ੍ਹਾਂ ਨੂੰ ਰਣਜੀਤ ਸਿੰਘ ਗੌਰੇ ਮਸ਼ਕੀਨ ਜੀ ਭਾਈ ਸਾਹਿਬ, ਜਿਨ੍ਹਾਂ ਨੂੰ ਜਥੇਦਾਰੀ ਦੀ ਤਾਜਪੋਸ਼ੀ ਕਰਕੇ, ਦਸਤਾਰਬੰਦੀ ਕਰਕੇ ਜਥੇਦਾਰੀ ਦੀ ਜਿਹੜੀ ਜ਼ਿੰਮੇਵਾਰੀ ਜਾਂ ਕਹਿ ਲਈ ਜਥੇਦਾਰੀ ਦਾ ਜਿਹੜਾ ਪਦ ਭਾਰ ਇਹਨਾਂ ਨੂੰ ਮਤਲਬ ਸੌਂਪਿਆ ਗਿਆ। ਇਸ 1 ਸਾਲ ਪੂਰਾ ਹੋਇਆ। ਮੈਂ ਸਭ ਤੋਂ ਪਹਿਲਾਂ ਜਥੇਦਾਰ ਸਾਹਿਬ ਨੂੰ 1 ਸਾਲ ਪੂਰਾ ਹੋਣ ਤੇ ਲੱਖ ਲੱਖ ਵਧਾਈਆਂ ਦਿੰਦਾ, ਸਾਰੀ ਕਮੇਟੀ ਨੂੰ ਵੀ ਵਧਾਈ, ਸਾਰੀ ਸੰਗਤ ਨੂੰ ਵਧਾਈ। ਤੇ ਜਿੱਥੇ ਆਪ ਸਾਰੇ ਮੈਂਬਰਾਂ ਤੋਂ ਪਹਿਲਾਂ ਆਪ ਜੀ ਨੇ ਸੁਣਿਆ ਕਿ ਜਥੇਦਾਰ ਸਾਹਿਬ ਨੇ ਕੋਵਿਡ-19 ਦੇ ਵਿੱਚ ਜਿਹੜੀ ਸੇਵਾਵਾਂ ਨਿਭਾਈਆਂ, ਚਾਹੇ ਬਾਹਰੋਂ ਸੰਗਤਾਂ ਦੇ ਕੋਲੋਂ, ਚਾਹੇ ਮਾਇਆ ਇਕੱਠੀ ਮੰਗਵਾਈ, ਆਨਲਾਈਨ ਮਾਇਆ ਆਈ, ਰਾਸ਼ਨ ਆਇਆ, ਰਸ਼ਦ ਆਇਆ, ਉਸ ਤੋਂ ਇਲਾਵਾ ਵੀ ਜਥੇਦਾਰ ਸਾਹਿਬ ਨੇ ਕਮੇਟੀ ਦੇ ਨਾਲ ਮਿਲ ਕੇ 550 ਸਾਲਾ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਪੁਰਬ ਤੇ 353 ਸਾਲਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ, ਜੋ ਇਕੱਠਾ ਹੀ ਪਟਨਾ ਸਾਹਿਬ ਮਨਾਇਆ ਗਿਆ ਪਿਛਲੇ ਸਾਲ, ਤੇ ਇਹ ਬਹੁਤ ਵੱਡੀਆਂ ਸ਼ਤਾਬਦੀਆਂ, ਬਹੁਤ ਵੱਡੇ ਸਮਾਗਮ ਜਿਹੜੇ ਹੋਏ ਨੇ, ਉਹਦੇ ਵਿੱਚ ਬਹੁਤ ਵਧੀਆ ਜ਼ਿੰਮੇਵਾਰੀ ਨਿਭਾਈ, ਕਿਉਂਕਿ ਨਵੇਂ ਅਜੇ ਇਹਨਾਂ ਨੂੰ ਜ਼ਿੰਮੇਵਾਰੀ ਮਿਲੀ ਸੀ। ਹੋਰ ਉਹਦੇ ਨਾਲ 2 ਸਮਾਗਮ ਪਏ। ਉਹਦੇ ਬਾਅਦ ਦੇ ਵਿੱਚ ਇੰਟਰਨੈਸ਼ਨਲ ਯਾਤਰਾ, ਜਿਹੜੀ ਹਜੂਰ ਸਾਹਿਬ ਤੋਂ ਯਾਤਰਾ ਆਈ ਸੀ, 2 ਯਾਤਰਾ ਆਈਆਂ। ਉਹ ਯਾਤਰਾ ਦੇ ਸਾਰੇ ਪ੍ਰਬੰਧ, ਸਾਰੇ ਜਿਹੜੇ ਕਮੇਟੀ ਦੇ ਨਾਲ ਮਿਲ ਕੇ ਸਾਰਾ ਜਿਹੜਾ ਪ੍ਰਬੰਧ ਇੰਤਜ਼ਾਮ ਉਹ ਸਾਰਾ ਕੀਤਾ, ਤੇ ਦੇਸ਼ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਮਤਲਬ ਮੈਸੇਜ ਗਿਆ ਕਿ ਜਥੇਦਾਰ ਸਾਹਿਬ ਜਿਨ੍ਹਾਂ ਨੇ ਪਦ ਭਾਰ ਮਿਲਦਿਆਂ ਹੀ ਬਹੁਤ ਸੋਹਣੇ ਕੰਮ ਕੀਤੇ। ਔਰ ਮੈਂ ਕਹਿੰਦਾ ਸੰਗਤਾਂ ਨੂੰ ਵੀ ਬਹੁਤ ਪਿਆਰ ਕਰਨ ਵਾਲੇ, ਇੱਕ ਸੰਗਤਾਂ ਦੇ ਨਾਲ ਜੁੜ ਕੇ ਰਹਿਣ ਵਾਲੇ, ਸੰਗਤਾਂ ਦੇ ਵਿੱਚ ਰਹਿਣ ਵਾਲੇ ਜਥੇਦਾਰ ਗੁਰੂ ਮਹਾਰਾਜ ਜੀ ਨੇ ਕੌਮ ਦੀ ਝੋਲੀ 'ਚ ਪਾਏ ਆ। ਮੈਂ ਇਹੀ ਅਰਦਾਸ ਕਰਾਂਗਾ ਕਿ ਗੁਰੂ ਮਹਾਰਾਜ ਇਸੇ ਤਰ੍ਹਾਂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਤੇ ਦੇਹ ਰੋਗਤਾ ਬਖਸ਼ਣ, ਤੰਦਰੁਸਤੀ ਬਖਸ਼ਣ, ਔਰ ਇਸੇ ਤਰ੍ਹਾਂ ਗੁਰੂ ਦੀ, ਪੰਥ ਦੀ, ਤਖਤ ਦੀ ਔਰ ਕੌਮ ਦੀ ਸੇਵਾ ਕਰਦੇ ਰਹਿਣ। ਵਾਹਿਗੁਰੂ ਖਾਲਸਾ, ਫਤਿਹ ਜੀ। ਸਰਦਾਰ ਸੂਰਜ ਸਿੰਘ ਜੀ, ਜੇ ਤੁਹਾਡੇ ਵੱਲ ਹੁਣ ਅਸੀਂ ਆਈਏ ਤਾਂ ਜੋ
ਬੀਤੇ ਦਿਨੀ ਇੱਕ ਵਿਵਾਦ ਉੱਠਿਆ ਸੀ ਰਾਗੀ ਸਿੰਘਾਂ ਤੇ ਹੈੱਡ ਗ੍ਰੰਥੀ ਯਾਨੀ ਜਗਤਾਰ ਸਿੰਘ ਹੁਣਾਂ ਦੇ ਵਿਚਕਾਰ। ਜੋ ਰਾਗੀ ਸਿੰਘ ਕਹਿ ਰਹੇ ਸੀ ਕਿ ਸਾਨੂੰ ਕੀਰਤਨ ਕਰਦਿਆਂ ਨਾਲ ਟੋਕਿਆ ਜਾਂਦਾ ਹੈ, ਤਾਂ ਉਹਨਾਂ ਦੀਆਂ ਸ਼ਿਕਾਇਤਾਂ ਸੀ, ਉਹਨਾਂ ਦੇ ਵਿੱਚ ਜਥੇਦਾਰ ਸਾਹਿਬ ਦਾ ਵੀ ਨਾਂ ਲਿਆ ਗਿਆ ਸੀ ਕਿ ਇਹਨਾਂ ਵੱਲੋਂ ਵੀ ਸਾਡਾ ਸਾਥ ਨਹੀਂ ਦਿੱਤਾ ਗਿਆ, ਸਗੋਂ ਇਹਨਾਂ ਨੇ ਵੀ ਸਾਨੂੰ ਜਿਹੜਾ ਹੈ ਸਿੱਧੇ ਜਾਂ ਸਿੱਧੇ ਰੂਪ ਵਿੱਚ ਜਿਹੜਾ ਹੈ ਅਪਮਾਨਿਤ ਕੀਤਾ ਹੈ। ਉਹ ਹੁਣ ਵਿਵਾਦ ਸੁਲਝ ਗਿਆ ਹੈ, ਤੁਸੀਂ ਉਸ ਮਸਲੇ ਨੂੰ ਕਿਵੇਂ ਦੇਖਦੇ ਹੋ? ਜੀ, ਮੈਂ ਉਸ ਮਸਲੇ ਦੇ ਉੱਤੇ ਵੀ ਇੱਕ ਬਹੁਤ ਅੱਛੀ ਗੱਲ ਅੱਜ ਤੁਸੀਂ ਛੇੜੀ, ਕਿਉਂਕਿ ਅੱਜ ਦਿਨ ਖੁਸ਼ੀ ਦਾ ਹੈ। ਜਿਹੜੀ ਖੁਸ਼ੀ ਦਾ ਦਿਨ ਅਸੀਂ ਕੱਲ ਦੇ ਦਿਨ ਤੋਂ ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਦੇ ਬਾਅਦ ਜਥੇਦਾਰ ਸਾਹਿਬ ਨੂੰ ਸਨਮਾਨਿਤ ਕੀਤਾ ਗਿਆ। ਉਹਨਾਂ ਦੀ ਜੋ ਅਗਵਾਈ ਹੇਠ ਉਹਨਾਂ ਨੇ ਸਾਰੇ ਪਟਨਾ ਸਾਹਿਬ ਦੇ ਰਾਗੀ ਸਿੰਘਾਂ ਨੂੰ ਵੀ ਉਹਨਾਂ ਨੇ ਸਨਮਾਨਿਤ ਕੀਤਾ। ਮੈਨੂੰ ਲੱਗਦਾ ਹੈ ਕੌਮ ਦਾ ਜਥੇਦਾਰ ਹੋਣਾ, 5 ਤਖਤਾਂ ਦੇ ਵਿੱਚ ਜਿਹੜੇ ਜਥੇਦਾਰ ਸਾਹਿਬ ਹੈਗੇ ਨੇ, ਉਹਨਾਂ ਦੀ ਭੂਮਿਕਾ ਪੂਰੇ ਦੁਨੀਆ ਦੇ ਸਿੱਖ ਕੌਮ ਦੇ ਜਿੰਨੇ ਵੀ ਲੋਕ ਨੇ, ਉਹਨਾਂ ਦੀ ਉਹ ਅਗਵਾਈ ਹੇਠ ਉਹ ਇੱਕ ਅਹੁਦਾ ਹੈ। ਜੋ ਕਿਤੇ ਗਲਤੀ ਹੋਵੇ ਜਾਂ ਕੋਈ ਗੱਲ ਇਦਾਂ ਦੀ ਉੱਤੇ ਥੱਲੇ ਦੀ ਹੋਵੇ, ਉਹ ਇੱਕ ਜਵਾਬਦਾਰੀ ਵੀ ਉਹਨਾਂ ਦੀ ਬਣਦੀ ਹੈ ਕਿ ਉਹ ਸਹੀ ਰਾਹ ਦੱਸਣ। ਤੇ ਮੈਂ ਵੀ ਹੱਥ ਜੋੜ ਕੇ ਜਥੇਦਾਰ ਸਾਹਿਬ ਅੱਗੇ ਹੱਥ ਜੋੜ ਕੇ ਬੇਨਤੀ ਕਰਾਂਗਾ, ਝੋਲੀਆਂ ਅੱਡ ਕੇ ਬੇਨਤੀ ਕਰਾਂਗਾ ਕਿ ਜਥੇਦਾਰ ਸਾਹਿਬ ਜਿਹੜੀ ਵੀ ਮਿਸਅੰਡਰਸਟੈਂਡਿੰਗ, ਜਿਹੜੇ ਵੀ, ਕਿਉਂਕਿ ਜ਼ਿੰਦਗੀ ਦਾ ਇੱਕ ਅਨੁਭਵ ਹੈ ਜਥੇਦਾਰ ਸਾਹਿਬ ਕਿ ਰਿਸ਼ਤੇ ਗਲਤੀਆਂ ਨਾਲ ਨਹੀਂ, ਗਲਤ ਫਹਿਮੀਆਂ ਨਾਲ ਖਰਾਬ ਹੁੰਦੇ ਨੇ। ਤੁਸੀਂ ਜਿਹੜਾ ਵੀ ਵਿਵਾਦ ਉੱਥੇ ਉਹਨਾਂ ਨੇ ਲੌਂਗੋਵਾਲ ਸਾਹਿਬ ਨੇ ਉਹਨੂੰ ਖਤਮ ਕੀਤਾ, ਔਰ ਉਸ ਦੇ ਵਿਵਾਦ ਦੇ ਨਾਲ ਸ਼ਾਇਦ ਤੁਹਾਡਾ ਨਾਂ ਵੀ ਕਿਤੇ ਨਾ ਕਿਤੇ ਜੋੜਿਆ ਉਹਨਾਂ ਨੇ। ਮੈਂ ਹੱਥ ਜੋੜ ਕੇ ਪੂਰੇ ਤਖਤ ਸਾਹਿਬ ਦੀ ਬੋਰਡ ਦੇ ਵੱਲੋਂ ਔਰ ਪ੍ਰਬੰਧਕ ਕਮੇਟੀ ਵੱਲੋਂ ਔਰ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਸੰਗਤ ਵੱਲੋਂ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਸਿੰਘ ਸਾਹਿਬ ਇਸ ਵਿਵਾਦ ਨੂੰ, ਜੋ ਵੀ ਰਾਗੀ ਸਿੰਘਾਂ ਦਾ ਗੱਲ ਹੈ, ਉਹਨਾਂ ਨੂੰ ਗਲਵਕੜੀ ਲਾ ਕੇ, ਜੋ ਪੰਥ ਦੇ ਪਿੱਛੇ ਵੀ ਇਤਿਹਾਸ ਅਸੀਂ ਦੇਖੀਏ ਤੇ ਹਮੇਸ਼ਾ ਆਗੂਆਂ ਨੇ ਗਲਵਕੜੀ ਲਾਈ ਹੈ। ਤੇ ਹੱਥ ਜੋੜ ਕੇ ਬੇਨਤੀ ਹੈ ਜਥੇਦਾਰ ਸਾਹਿਬ, ਤੁਸੀਂ ਉਸ ਮਾਮਲੇ ਨੂੰ, ਜਿਹੜੀ ਮਿਸਅੰਡਰਸਟੈਂਡਿੰਗ ਹੈ, ਉਹਨੂੰ ਦੂਰ ਕਰਕੇ ਗਲਵਕੜੀ ਲਾ ਕੇ ਜਿਹੜੇ ਰਾਗੀ ਸਿੰਘ ਬੈਠੇ ਨੇ ਦੇਸ਼ ਦੁਨੀਆ 'ਚ, ਉਹਨਾਂ ਨੂੰ ਇੱਕ ਸੁਨੇਹਾ ਦਿਓ। ਹੱਥ ਜੋੜ ਕੇ ਬੇਨਤੀ ਹੈ। ਇਸ ਤਰ੍ਹਾਂ ਹੈ, ਸਭ ਤੋਂ ਪਹਿਲਾਂ ਤਾਂ ਜੋ ਆਪ ਮੈਂਬਰ ਸਾਹਿਬਾਨ, ਪ੍ਰਬੰਧਕੀ ਬੋਰਡ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਸੋਹੀ ਜੀ, ਵਾਈਸ ਪ੍ਰੈਜ਼ੀਡੈਂਟ ਸਰਦਾਰ ਇੰਦਰਜੀਤ ਸਿੰਘ ਜੀ, ਚੇਅਰਮੈਨ ਧਰਮ ਪ੍ਰਚਾਰ ਕਮੇਟੀ ਸਰਦਾਰ ਲਖਵਿੰਦਰ ਸਿੰਘ ਜੀ, ਔਰ ਸਾਡੇ ਬਹੁਤ ਹੀ ਹਰਮਨ ਪਿਆਰੇ ਸਤਿਕਾਰਯੋਗ ਸਰਦਾਰ ਸੂਰਜ ਸਿੰਘ ਜੀ ਨਲਵਾ ਅਤੇ ਭੈਣ ਮਨਦੀਪ ਕੌਰ ਜੀ, ਔਰ ਟਾਈਮ ਟੀਵੀ ਦੀਆਂ ਸਮੂਹ ਗੁਰੂ ਪਿਆਰੀਆਂ ਸੰਗਤਾਂ, ਗੁਰੂ ਖਾਲਸਾ ਪੰਥ, ਮੈਂ ਆਪ ਸਭ ਦਾ, ਸਾਡੇ ਸਤਿਕਾਰਯੋਗ ਸਾਰੇ ਅਹੁਦੇਦਾਰਾਂ, ਜਨਰਲ ਸਕੱਤਰ ਜੀ, ਪ੍ਰਧਾਨ ਜੀ, ਸਾਡੇ ਹਿੱਤ ਸਾਹਿਬ, ਸਭ ਦਾ ਮੈਂ ਦਿਲੋਂ ਇਸਤਕਬਾਲ ਕਰਦਾ। ਮਸ਼ਕੂਰ ਤੇ ਮਮਨੂਨ ਹਾਂ ਕਿ ਗੁਰਮਤਿ ਨੇ ਏਡੀ ਵੱਡਾ ਮਾਣ ਸਨਮਾਨ ਇੱਕ ਆਮ ਸੇਵਕ ਦੀ ਝੋਲੀ 'ਚ ਪਾ ਕੇ ਨਿਵਾਜਿਆ। ਦੂਸਰਾ, ਜੋ ਆਪ ਜੀ ਨੇ ਗੱਲ ਕੀਤੀ ਹੈ ਕੀਰਤਨੀ ਸਿੰਘਾਂ ਦੇ ਤੇ ਸਾਡੇ ਵਿਚਕਾਰ ਕਿਸੇ ਵਿਵਾਦ ਦੀ, ਉਹ ਪਹਿਲੀ ਗੁਜ਼ਾਰਿਸ਼ ਤੇ ਮੈਂ ਇਹ ਕਰਨਾ ਚਾਹੁੰਦਾ ਕਿ ਸਾਡੇ ਵਿੱਚ ਕੋਈ ਵਿਵਾਦ ਨਹੀਂ ਹੈ। ਅਸੀਂ ਸਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰ ਦੇ ਸੇਵਕ ਹਾਂ, ਕੀਰਤਨੀਆਂ, ਪ੍ਰਚਾਰਕਾਂ ਤੇ ਗੁਰਮਤਿ ਪ੍ਰਚਾਰ ਦੇ ਖੇਤਰ ਨਾਲ ਸੰਬੰਧਿਤ ਸਾਰੇ ਹੀ ਗੁਰਮੁਖਾਂ ਨੂੰ, ਭਾਵੇਂ ਕੀਰਤਨੀਏ ਹਨ, ਪ੍ਰਚਾਰਕ ਹਨ, ਢਾਡੀ ਸਾਹਿਬਾਨ ਨੇ, ਕਵੀ ਜਨ ਨੇ, ਉਹਨਾਂ ਸਾਰਿਆਂ ਨੂੰ ਮੈਂ ਆਪਣੇ ਹਿਰਦੇ ਤੋਂ ਨਤਮਸਤਕ ਹਾਂ। ਜਿਹੜੇ ਵੀਰ ਅਜੇ ਬਾਣੀ ਦੇ ਸਤਿਕਾਰ ਨੂੰ ਨਹੀਂ ਸਮਝਦੇ, ਉਹਨਾਂ ਪ੍ਰਤੀ ਸਾਡੀ ਇਹ ਰਾਏ ਹੈ, ਭਾਵੇਂ ਇਹਨੂੰ ਤਖਤ ਸਾਹਿਬ ਜੀ ਦੇ ਵੱਲੋਂ ਹੁਕਮ ਸਮਝੋ, ਭਾਵੇਂ ਇਹਨੂੰ ਸਾਡੀ ਬੇਨਤੀ ਸਮਝੋ, ਹਰ ਸਿੱਖ ਬਾਣੀ ਦਾ ਵੱਧ ਤੋਂ ਵੱਧ ਸਤਿਕਾਰ ਕਰੇ, ਕਾਰ ਨਾਲ ਉਹਨੂੰ ਪੜ੍ਹੇ, ਬਾਣੀ ਯਾਦ ਕਰਕੇ ਕੀਰਤਨ ਰੂਪ ਵਿੱਚ ਗਾਈ ਜਾਏ ਤੇ ਜ਼ਿਆਦਾ ਮਨ ਜੁੜਦਾ ਹੈ, ਜ਼ਿਆਦਾ ਪਵਿੱਤਰਤਾ ਬਣਦੀ ਹੈ। ਬਾਕੀ ਸਿਰਫ ਸੁਧਾਰ ਵਾਸਤੇ ਹੀ ਗੱਲ ਆਖੀ ਸੀ, ਹੋਰ ਕੋਈ ਕੀਰਤਨ ਦੀ ਬਦਬੀ ਤਾਂ ਮੈਂ ਕਦੀ ਕਰ ਹੀ ਨਹੀਂ ਸਕਦਾ, ਕਿਸੇ ਨੂੰ ਵੀ ਨਹੀਂ ਕਰਨੀ ਚਾਹੀਦੀ।
ਸਾਹਿਬ ਬਾਣੀ ਚ ਕਹਿੰਦੇ ਨੇ, ਤੈਂ ਸਾਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜੈ। ਸੀਸ ਵੱਡੇ ਕਰ ਬੈਸਣ ਦੀਜੈ, ਬਿਨ ਸਿਰ ਸੇਵ ਖਰੀਦੈ। ਇਹ ਸਾਰੀ ਕੌਮ ਦੇ ਸਤਿਕਾਰਯੋਗ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਆਪਣਾ ਜੀਵਨ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕੀਰਤਨ ਰਾਹੀਂ ਸਿੱਖ ਕੌਮ ਨੂੰ ਅਰਪਣ ਕੀਤਾ ਹੋਇਆ। ਬੜੀਆਂ ਬੜੀਆਂ ਮੌਸਮ ਦੀਆਂ, ਟਰੈਵਲਿੰਗ ਦੀਆਂ ਤੇ ਕਈ ਤਰ੍ਹਾਂ ਦੀਆਂ ਦੁਸ਼ਵਾਰੀਆਂ ਸਹਿ ਕੇ ਇਹ ਗੁਰੂ ਦਾ ਪੈਗਾਮ ਦੇਣ ਵਾਲੇ ਪੈਗੰਬਰ ਨੇ, ਔਰ ਜਗ੍ਹਾ ਜਗ੍ਹਾ ਪਹੁੰਚ ਕੇ ਜੀ ਹਿਰਦਿਆਂ ਨੂੰ ਸਤਿਗੁਰੂ ਜੀ ਦੀ ਬਾਣੀ ਨਾਲ ਸਰਸ਼ਾਰ ਕਰਦੇ ਨੇ। ਇਸ ਲਈ ਕਦੀ ਵੀ ਕੋਈ ਕੀਰਤਨੀ ਸਿੰਘਾਂ ਦਾ, ਪ੍ਰਚਾਰਕਾਂ ਦਾ ਅਪਮਾਨ ਕਰਨ ਬਾਰੇ ਸੋਚ ਵੀ ਨਹੀਂ ਸਕਦਾ। ਜੀ ਤੇ ਜੇ ਕੋਈ ਕਰਦਾ ਹੈ ਤਾਂ ਉਹ ਨਾ ਕਾਬਲੇ ਬਰਦਾਸ਼ਤ ਹੈ, ਅਸੀਂ ਖੁਦ ਹੀ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ। ਬਾਕੀ ਜੀ। ਇੱਕ ਕੌਮ ਨੇ ਜੋ ਵੱਡੀ ਪਦਵੀ ਬਖਸ਼ ਕੇ ਨਿਵਾਜਿਆ ਹੈ, ਇਹ ਜ਼ਿੰਮੇਵਾਰੀ ਇਹ ਵੀ ਬਣਦੀ ਹੈ ਕਿ ਅਸੀਂ ਗੁਰਬਾਣੀ ਦੇ ਸਤਿਕਾਰ ਨੂੰ ਜਿਹੜਾ ਕਾਇਮ ਰੱਖੀਏ, ਆਪ ਕਰੀਏ ਤੇ ਦੂਜਿਆਂ ਨੂੰ ਪ੍ਰੇਰਨਾ ਕਰੀਏ। ਮੇਰੀ ਇਤਨੀ ਹੀ ਬੇਨਤੀ ਸੀ। ਬਾਕੀ ਕੋਈ ਵਿਵਾਦ ਖੜਾ ਕਰਨਾ ਜਾਂ ਵਿਵਾਦ ਵਿੱਚ ਪੈਣਾ ਜਾਂ ਉਹਨੂੰ ਵਿਵਾਦ ਨੂੰ ਬੜਾਵਾ ਦੇਣਾ, ਇਹ ਕਦੀ ਖਾਬੋ ਖਿਆਲ 'ਚ ਵੀ ਨਹੀਂ। ਜੀ ਔਰ ਬਾਕੀ ਇਹ ਜਿਹੜਾ ਚੱਲ ਰਿਹਾ ਸੀ, ਉਹ ਚਾਹੀਦਾ ਸੀ ਆਪਸ ਵਿੱਚ ਹੀ ਬੈਠ ਕੇ ਮਸਲੇ ਹੱਲ ਹੋ ਜਾਂਦੇ। ਹੁਣ ਵੀ ਜੇ ਸਿੰਘ ਸਾਹਿਬਾਨ, ਖਾਸ ਕਰਕੇ ਮਾਨਨੀय ਹੈਡ ਗ੍ਰੰਥੀ ਸੇ ਦਰਬਾਰ ਸਾਹਿਬ ਜੀ, SCPC ਦੇ ਪ੍ਰਧਾਨ ਜੀ ਨੇ ਜ਼ਿੰਮੇਵਾਰੀ ਨਿਭਾਉਂਦਿਆਂ ਇਸ ਵਿਵਾਦ ਨੂੰ ਪੂਰਨ ਰੂਪ ਵਿੱਚ ਵਿਰਾਮ ਲਗਾਇਆ, ਤਾਂ ਉਹ ਮਿਲ ਕੇ ਬੈਠ ਕੇ ਹੀ ਲੱਗ ਸਕਿਆ। ਇਸ ਤਰ੍ਹਾਂ ਹੀ ਸੰਭਵ ਹੈ। ਜੀ ਔਰ ਸਾਡੇ ਲਈ ਇੱਕ ਪ੍ਰੇਰਨਾਦਾਇਕ ਹੈ ਕਿ ਕਦੀ ਵੀ ਕੋਈ ਗੱਲ ਗੁਰੂ ਪੰਥ ਵਿੱਚ ਹੋਵੇ ਤੇ ਅਸੀਂ ਉਸ ਨੂੰ ਮਿਲਾ ਕੇ, ਮਿਲ ਕੇ ਬੈਠ ਕੇ। ਜੀ ਸਰਦਾਰ ਇੰਦਰਜੀਤ ਸਿੰਘ ਜੀ, ਤੁਸੀਂ ਕੁਝ ਕਹਿਣਾ ਚਾਹੁੰਦੇ ਵਾਹਿਗੁਰੂ ਸੀ ਜੀ, ਸੰਖੇਪ ਸ਼ਬਦਾਂ ਵਿੱਚ, ਮੈਂ ਕਿਉਂਕਿ ਸਮਾਂ ਹੋ ਗਿਆ। ਮੈਂ ਬੇਨਤੀ ਕਰ ਰਿਹਾ ਸੀ ਇੱਕ ਸੈਕਿੰਡ ਲਈ, ਉਸ ਦੇ ਪ੍ਰਤੀ ਅਸੀਂ ਨਾ ਗੱਲ ਕਰੀਏ ਤਾਂ ਜ਼ਿਆਦਾ ਅੱਛਾ ਹੈ। ਫਿਰ ਵੀ ਜੋ ਸਾਡੇ ਸਤਿਕਾਰਯੋਗ ਨਲਵਾ ਜੀ ਦੀ ਭਾਵਨਾ ਹੈ ਕਿ ਇਸ ਨੂੰ ਜਿਹੜਾ ਹੈ ਕਦੀ ਇਸ ਤਰ੍ਹਾਂ ਦਾ ਵਿਵਾਦ ਖੜਾ ਹੀ ਨਾ ਹੋਵੇ, ਮੇਰੀ ਵੀ ਇਹੀ ਭਾਵਨਾ, ਸਾਰੇ ਮੈਂਬਰ ਸਾਹਿਬਾਨ ਆਪ ਸਭ ਦੀ ਇਹੀ ਭਾਵਨਾ ਹੈ ਕਿ ਕਿਸੇ ਤਰ੍ਹਾਂ ਦਾ ਵਿਵਾਦ ਵੀ ਨਾ। ਜਦੋਂ ਅਸੀਂ ਵਿਵਾਦ ਵਿੱਚ ਜਾਂਦੇ ਹਾਂ, ਫਿਰ ਜਿਹੜੀਆਂ ਸਿੱਖ ਵਿਰੋਧੀ ਸੰਸਥਾ ਨੇ, ਸ਼ਕਤੀਆਂ ਨੇ, ਉਹ ਐਕਟਿਵ ਹੋ ਜਾਂਦੀਆਂ ਨੇ ਤੇ ਸਾਡਾ ਕੌਮੀ ਤੇ ਧਾਰਮਿਕ ਤੇ ਰਾਜਨੀਤਿਕ ਤੇ ਸਮਾਜਿਕ ਹਰ ਤਰ੍ਹਾਂ ਦਾ ਨੁਕਸਾਨ ਹੁੰਦਾ। ਇਸ ਲਈ ਸਾਨੂੰ ਇਹਨਾਂ ਚੀਜ਼ਾਂ ਤੋਂ ਬਚ ਕੇ ਹੀ ਰਹਿਣਾ ਚਾਹੀਦਾ। ਮੇਰੇ ਵੱਲੋਂ ਆਖੇ ਹੋਏ ਬੋਲਾਂ ਨੂੰ ਸਿਰਫ ਸੁਧਾਰ ਤੱਕ ਹੀ ਜਿਹੜਾ ਲਿਆ ਜਾਏ, ਹੋਰ ਕਿਸੇ ਦਾ ਵਿਰੋਧ ਜਾਂ ਪਰਸਨਲ ਕਿਸ ਦਾ ਨਾਮ ਲੈ ਕੇ ਜਾਂ ਕੋਈ ਵਿਰੋਧ ਦੀ ਗੱਲ ਉਹਦੇ 'ਚ ਨਹੀਂ ਹੈ। ਦੂਸਰਾ, ਜੋ ਸਾਡੇ ਬਹੁਤ ਹੀ ਸਤਿਕਾਰਯੋਗ ਬੋਰਡ ਦੇ ਮੈਂਬਰ ਸਾਹਿਬਾਨ ਨੇ ਦਾਸ ਦੀ ਇਤਨੀ ਮਾਣ ਸਨਮਾਨ ਕਰਦਿਆਂ ਵੱਡੀ ਅਨੁਕੰਪਾ ਕੀਤੀ ਹੈ, ਆਪਣਾ ਸਮਾਂ ਦਿੱਤਾ ਹੈ। ਸਾਡੇ ਸੋਈ ਸਾਹਿਬ ਟਰੈਵਲਿੰਗ ਵਿੱਚ ਸਨ ਤੇ ਉੱਥੇ ਰਸਤੇ 'ਚ ਰੁਕ ਕੇ ਉਹਨਾਂ ਨੇ ਇਹ ਸਾਰਾ ਜਿਹੜਾ ਨਾਲ ਪਾਰਟਿਸਿਪੇਟ ਕਰ ਰਹੇ ਨੇ। ਇਹ ਵੱਡਾ ਮਾਣ ਸਨਮਾਨ ਜੋ ਆਪ ਜੀ ਨੇ ਸੇਵਾਵਾਂ ਦਾ ਜ਼ਿਕਰ ਕੀਤਾ, ਇਹਦੇ 'ਚ ਮੇਰਾ ਤਿਲ ਜਿੰਨਾ ਵੀ ਕੋਈ ਆਪਣਾ ਬਲ ਨਹੀਂ ਹੈ, ਆਪਣੀ ਸਮਰੱਥਾ ਨਹੀਂ ਹੈ। ਇਹ ਕੌਮ ਹੀ ਐਸੀ ਹੈ, ਗੁਰੂ ਖਾਲਸਾ ਪੰਥ, ਕਿ ਜਦੋਂ ਲੋੜ ਪਈ ਹੈ ਤਾਂ ਦਸਵੰਧ ਨਹੀਂ, ਦਸਮਾਂਸ਼ ਨਹੀਂ, ਇਹਨਾਂ ਨੇ ਸਰਵਾਂਸ਼ ਅਰਪਣ ਕੀਤਾ। ਮੈਂ ਚੜ੍ਹਦੀ ਕਲਾ ਟਾਈਮ TV ਦਾ ਵੀ ਮਸ਼ਕੂਰ ਹਾਂ, ਜੋ ਹਰ ਰੋਜ਼ ਪਟਨਾ ਸਾਹਿਬ ਜੀ ਨੂੰ ਲਾਈਵ ਜਦੋਂ ਆਪ ਚਲਾਉਂਦੇ, ਮੈਂਬਰ ਸਾਹਿਬ, ਸਾਰਾ ਬੋਰਡ, ਸਾਡੇ ਸਤਿਕਾਰਯੋਗ ਪ੍ਰਧਾਨ ਜੀ, ਜਨਰਲ ਸਕੱਤਰ, ਸਾਰੇ ਇਸ ਗੱਲੋਂ ਵਧਾਈ ਦੇ ਪਾਤਰ ਨੇ ਕਿ ਲੋਕਡਾਊਨ ਦੇ ਪੀਰੀਅਡ ਦੌਰਾਨ ਸਾਰੀ ਵਰਲਡ ਦੀਆਂ ਸੰਗਤਾਂ ਨੂੰ ਇੱਕ ਬਹੁਤ ਵੱਡਾ ਤਖਤ ਪਟਨਾ ਸਾਹਿਬ ਦੇ ਪ੍ਰਸਾਰਣ ਨੇ ਆਸਰਾ ਦਿੱਤਾ ਹੈ। ਔਰ ਉਹ ਘਰ, ਜਦੋਂ ਆਪਣੇ ਘਰ 'ਚ ਬੈਠ ਕੇ ਦੇਖਦੇ, ਮੈਨੂੰ ਸੈਂਕੜੇ ਹਜ਼ਾਰਾਂ ਹੀ ਕਾਲਾਂ ਆਉਂਦੀਆਂ ਨੇ। ਉਹ ਸਮਝਦੇ ਨੇ ਵੀ ਅਸੀਂ ਤਖਤ ਪਟਨਾ ਸਾਹਿਬ ਹੀ ਆ ਪਹੁੰਚੇ, ਇੱਥੇ ਪਹੁੰਚ ਕੇ ਉਹਨਾਂ ਦੀ ਹਾਜ਼ਰੀਆਂ ਲੱਗ ਜਾਂਦੀਆਂ ਨੇ। ਇਹ ਸਾਰਾ ਕੁਝ ਜਿਹੜਾ ਹੈ ਸਭ ਦੇ ਸਹਿਯੋਗ ਨਾਲ ਤੇ ਸਭ ਦੇ ਪਿਆਰ ਦਾ, ਸਤਿਕਾਰ ਦਾ ਸਦਕਾ ਹੋ ਸਕਦਾ ਹੈ। ਸਤਿਗੁਰੂ ਪਾਤਸ਼ਾਹ ਮਿਹਰਾਂ ਭਰਿਆ ਹੱਥ ਰੱਖਣ। ਫਿਰ ਤੋਂ ਮੈਂ ਗੁਜ਼ਾਰਿਸ਼ ਕਰਦਾ
ਕਿ ਮੇਰਾ ਹਰ ਜੋ ਇੱਕ ਸ਼ਬਦ ਵੀ ਜਾਣਦਾ ਹੈ ਉਸ ਦੇ ਪ੍ਰਤੀ ਵੀ ਪੂਰਾ ਸਤਿਕਾਰ ਹੈ, ਅਦਬ ਹੈ, ਤੇ ਸਾਰੇ ਸੰਸਾਰ ਤੇ ਸੰਦੇਸ਼ ਪਹੁੰਚੇ ਕਿ ਮੈਂ ਸਾਹਿਬ ਜੀ ਵੱਲ ਗੁਰੂ ਜੀ। ਪਿਆਰੀਆਂ ਸੰਗਤਾਂ ਆਪਣੇ ਦਸਵੰਧ ਦੀ ਮੁਹਾਰ ਕਰਨ। ਬਹੁਤ ਵੱਡੀਆਂ ਸੇਵਾਵਾਂ ਇੱਥੇ ਲੋੜ ਹੈਗੀ ਹੈ। ਜੀ ਜਥੇਦਾਰ ਸਾਹਿਬ ਖਿਮਾ ਚਾਹੁੰਦੀ ਹਾਂ ਕਿਉਂਕਿ ਸਮਾਂ ਜਿਹੜਾ ਉੱਪਰ ਆਲਰੇਡੀ ਹੋ ਗਿਆ, ਤੇ ਤੁਸੀਂ ਜਿਵੇਂ ਦੀ ਵਿਚਾਰਾਂ ਕਰ ਰਹੇ ਸੀ, ਜਿਵੇਂ ਦੇ ਆਪਣੇ ਸਿੱਖੀ ਸਿਧਾਂਤਾਂ ਦੀ ਗੱਲ ਕਰ ਰਹੇ ਸੀ, ਪ੍ਰੇਰਨਾ ਕਰ ਰਹੇ ਸੀ ਸੰਗਤਾਂ ਨੂੰ ਕਿ ਅਸੀਂ ਆਪਣੇ ਪਾਤਸ਼ਾਹਾਂ ਦੇ ਨਾਂ ਤੇ ਵੱਡੇ ਵੱਡੇ ਜਿਹੜੇ ਅਸਥਾਨ ਬਣਾਈਏ, ਵੱਡੀ ਵੱਡੀਆਂ ਯੂਨੀਵਰਸਿਟੀਆਂ ਦੀ ਸਥਾਪਨਾ ਕਰੀਏ ਤਾਂ ਕਿ ਜੋ ਵਿਦਿਅਕ ਕਾਰਜ ਵੀ ਨਾਲ ਦੀ ਨਾਲ ਚੱਲਦੇ ਰਹਿਣ। ਪਰ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿ ਇਸ ਗੱਲ ਨੂੰ ਹੋਰ ਅੱਗੇ ਵਧਾਈਏ। ਜਿਵੇਂ ਤੁਸੀਂ ਕਿਹਾ ਹੈ ਕਿ ਜਿਹੜੇ ਗੁਰਸਿੱਖ ਨੇ ਇਹ ਮਿਲ ਬੈਠ ਕੇ ਮਸਲੇ ਹੱਲ ਕਰਦੇ ਨੇ, ਤੇ ਇਹ ਗੱਲ ਸਮਝ ਲੈਣੀ ਚਾਹੀਦੀ ਹੈ, ਚਾਹੇ ਕੋਈ ਵੀ ਹੋਵੇ ਅੱਗੇ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਜਿਵੇਂ ਕਹਿੰਦੇ ਨਾ ਭਰਾ ਜਿਹੜੇ ਨੇ ਉਹ ਲੜਦੇ ਚੰਗੇ ਨਹੀਂ ਲੱਗਦੇ, ਤੇ ਕਹਿੰਦੇ ਹੁੰਦੇ ਲੋਕ ਤਾਂ ਤਮਾਸ਼ਾ ਦੇਖਦੇ ਨੇ। ਉਹ ਹਿਸਾਬ ਜਿਹੜੀ ਹੈ ਉਹ ਸਾਨੂੰ ਸਿੱਖੀ ਵਿੱਚ ਵੀ ਅਪਣਾਉਣਾ ਚਾਹੀਦਾ ਹੈ ਕਿ ਸੱਚਮੁੱਚ ਹੀ ਗੁਰਸਿੱਖ ਜਿਹੜੇ ਨੇ ਉਹ ਭਾਈ ਭਾਈ ਨੇ, ਇੱਕ ਪਿਤਾ ਹੈ, ਇੱਕ ਮਾਤਾ ਹੈ, ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਮਾਤਾ ਸਾਹਿਬ ਕੌਰ ਜੀ। ਤਾਂ ਸਾਨੂੰ ਵੀ ਇਹ ਸਮਝਣਾ ਚਾਹੀਦਾ ਕਿ ਅਸੀਂ ਵੀ ਇਸ ਤਰ੍ਹਾਂ ਜਿਹੜਾ ਇੱਕ ਦੂਜੇ ਨੂੰ ਬੋਲ ਕੇ ਜਿਹੜਾ ਹੈ ਉਹ ਆਪਣੇ ਜਿਹੜਾ ਪੱਖ ਜਿਹੜਾ ਉਹ ਦੁਨੀਆ ਦੇ ਅੱਗੇ ਗਲਤ ਰੂਪ ਵਿੱਚ ਪੇਸ਼ ਕਰਦੇ ਆ। ਸਰਦਾਰ ਸੂਰਜ ਸਿੰਘ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਤੁਹਾਡੇ ਉਦਮ ਦੇ ਸਦਕਾ ਹੀ ਜਿਹੜਾ ਹੈ ਇਹ ਸਾਰਾ ਪ੍ਰੋਗਰਾਮ ਹੋਇਆ ਹੈ। ਨਾਲ ਦੀ ਨਾਲ ਸਰਦਾਰ ਜਗਜੋਤ ਸਿੰਘ ਜੀ, ਸਾਹੀ ਜੀ, ਇੰਦਰਜੀਤ ਸਿੰਘ ਜੀ, ਮੀਤ ਪ੍ਰਧਾਨ ਸ੍ਰੀ ਪਟਨਾ ਸਾਹਿਬ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਲਖਵਿੰਦਰ ਸਿੰਘ ਜੀ, ਤੇ ਜਥੇਦਾਰ ਸਾਹਿਬ ਆਪ ਜੀ ਦਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਨਾਲ ਜੁੜੇ, ਸਾਨੂੰ ਆਪਣਾ ਸਮਾਂ ਦਿੱਤਾ। ਧੰਨਵਾਦ ਦਰਸ਼ਕਾਂ ਦਾ ਵੀ ਸ਼ੋਅ ਦੇਖਣ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਜੀ ਕੀ